Students, now we will be discussing the chapter number 4 of ladder programming. ਜਿਹੜੀ PLC ਹੈ ਉਹਦੇ ਅੰਦਰ ਜਿਹੜੀ ਲੈਂਗੁਏਜਸ ਆਪਾਂ ਯੂਜ਼ ਕਰਦੇ ਹਾਂ ਪ੍ਰੋਗਰਾਮਿੰਗ ਲੈਂਗੁਏਜਸ, ਉਹ ਕਈ ਟਾਈਪ ਦੀਆਂ ਪ੍ਰੋਗਰਾਮਿੰਗ ਲੈਂਗੁਏਜਸ ਹੁੰਦੀਆਂ, ਜਿਵੇਂ ਕਿ ST ਹੋਈ, IL ਹੋਈ, FBD ਹੋਈ, ਆਲ ਥੀਸ ਆਰ ਪ੍ਰੋਗਰਾਮਿੰਗ ਲੈਂਗੁਏਜਸ। ਇਹਨਾਂ ਦੇ ਵਿੱਚੋਂ ਜਿਹੜੀ ਜ਼ਿਆਦਾ ਆਪਾਂ ਯੂਜ਼ ਕਰਦੇ ਹਾਂ ਉਹ ਹੈਗੀ ਲੈਡਰ ਪ੍ਰੋਗਰਾਮਿੰਗ। ਲੈਡਰ ਪ੍ਰੋਗਰਾਮਿੰਗ ਬੇਸਿਕਲੀ ਆਪਾਂ ਕਿਉਂ ਯੂਜ਼ ਕਰਦੇ ਹਾਂ, ਕਿਉਂਕਿ ਜਿਹੜੀ ਲੈਡਰ ਪ੍ਰੋਗਰਾਮਿੰਗ ਹੈ ਨਾ ਉਹਦੇ ਅੰਦਰ ਇਸ ਤਰ੍ਹਾਂ ਦਾ ਕੁਝ ਆਪਰੇਸ਼ਨ ਦਿਖਾਇਆ ਜਾਂਦਾ ਹੈ। ਇਸ ਆਪਰੇਸ਼ਨ ਦੇ ਅੰਦਰ ਕੀ ਹੁੰਦਾ ਹੈ, ਜਦ ਤੁਸੀਂ ਇਲੈਕਟ੍ਰੀਕਲ ਵਾਇਰਿੰਗ ਕਰਦੇ ਹੋ ਤਾਂ ਉਹਦੇ ਅੰਦਰ ਕੀ ਹੁੰਦਾ, ਇੱਕ ਸਵਿਚ ਦਬਾਇਆ ਨਾਲ ਹੀ ਮੋਟਰ ਚੱਲ ਪਈ, ਹਾਂਜੀ ਹੈ ਨਾ, ਆਹੀ ਆਪਰੇਸ਼ਨ ਹੁੰਦਾ। ਸਵਿਚ ਦਬਾਇਆ ਤੇ ਲੋਡ ਔਨ ਹੋ ਗਿਆ। ਤੇ ਇਹੀ ਆਪਰੇਸ਼ਨ ਜਿਹੜੀ ਹੈ ਇੱਕ ਰਿਲੇ ਵੀ ਸ਼ੋ ਕਰਦੀ ਹੈ। ਰਿਲੇ ਜਿਹੜੀ ਹੈ ਉਹ ਇਸ ਸਵਿਚ ਦਬਾਇਆ ਮੋਟਰ ਔਨ ਹੋ ਗਈ, ਲੇਕਿਨ ਦੈਟ ਇਜ਼ ਥਰੂ ਰਿਲੇ। तो ਜਿਹੜਾ ਲੈਡਰ ਪ੍ਰੋਗਰਾਮਿੰਗ ਉਹਦੇ ਅੰਦਰ ਆਪਾਂ ਰਿਲੇ ਲੌਜਿਕ ਸ਼ੋ ਕਰਦੇ ਹਾਂ। ਦੈਟ ਇਜ਼ ਵਾਈ ਵੀ ਆਰ ਯੂਜ਼ਿੰਗ ਦਾ ਲੈਡਰ ਪ੍ਰੋਗਰਾਮਿੰਗ ਲੈਂਗੁਏਜ ਦੀ ਮੋਸਟ। ਦੈਟ ਇਹਦੇ ਅੰਦਰ ਕੀ ਹੁੰਦਾ, ਆ ਡਾਇਗਰਾਮ ਦੇ ਅੰਦਰ ਆਪਾਂ ਸ਼ੋ ਕਰ ਰਹੇ ਹਾਂ ਲੈਡਰ ਪ੍ਰੋਗਰਾਮਿੰਗ ਤੁਸੀਂ ਕਿਵੇਂ ਕਰਨੀ ਹੈ। ਆ ਦੋ ਲਾਈਨਸ ਸ਼ੋ ਕਰਨੀਆਂ, ਦੋ ਲਾਈਨਸ ਦੇ ਨਾਲ ਹੀ ਪਾਵਰ ਆ ਜਾਏਗੀ। ਪਾਵਰ ਜਦ ਆ ਜਾਏ, ਪਾਵਰ ਲਾਈਨਸ ਸ਼ੋ ਕਰਦੇ ਹਾਂ ਆਪਾਂ, ਵਰਟੀਕਲ ਲਾਈਨਸ ਸ਼ੋ ਕਰਦੇ ਹਾਂ, ਇਹਨੂੰ ਰੇਲ ਕਹਿੰਦੇ ਆ। जब तुसी स्टार्ट करना है तो इतों स्टार्ट करना है, इंज लाइन शो करके, दैट मीनस यू आर गिविंग द पावर टू द रिले और टू द कॉइल ऑफ द रिले। ये जी आ वाली लाइन्स होंगी, ये इस तरह लाइन जी एक्सीक्यूट होनी है 1 बाय 1 प्रोग्राम के अंदर। इनू आप रंग कहने। इज इट क्लीयर नाउ? दिस इज रंग एंड दिस इज रेल। नाउ आफ्टर दिस now this is one ladder diagram from where we will learn about the basics of ladder diagram। ਆਹ ਵਾਲਾ ਸਵਿਚ ਹੈ, ਆਹ ਵਾਲਾ ਸਵਿਚ ਹੈ, ਇਹ ਸਾਰੇ ਇਨਪੁਟ ਹੋ ਗਏ ਜਿਹੜੇ ਤੁਸੀਂ ਦੋ ਲਾਈਨਾਂ ਖਿੱਚਣੀਆਂ, ਦੈਟ ਇਜ਼ ਇਨਪੁਟ ਐਂਡ ਦਿਸ ਇਜ਼ ਆਊਟਪੁੱਟ। ਆਊਟਪੁੱਟ 'ਚ ਤੁਸੀਂ ਆਹ ਵਾਲਾ ਸਿੰਬਲ ਦੇਣਾ ਹੈ ਇਸ ਤਰ੍ਹਾਂ ਕਰਵ ਕਰਕੇ, ਠੀਕ ਹੈ। ਆਊਟਪੁੱਟ ਦੇ ਵਿੱਚ ਸੈੱਟ ਮੀਨਸ ਰਿਲੇ ਔਨ ਹੋ ਗਈ, ਰੀਸੈਟ ਮੀਨਸ ਰਿਲੇ ਅਨਲੈਚ ਹੋ ਗਈ। ਸੋ ਇਸ ਦੇ ਵਿੱਚ ਤੁਸੀਂ ਔਰਿੰਗ ਵੀ ਕਰ ਸਕਦੇ ਹੋ ਅਤੇ ਐਂਡਿੰਗ ਵੀ ਕਰ ਸਕਦੇ ਹੋ। ਆਹ ਔਰਿੰਗ ਕੀਤੀ ਹੋਈ ਹੈ, ਆਹ ਐਂਡਿੰਗ ਕੀਤੀ ਹੋਈ ਹੈ। ਔਰਿੰਗ ਕਰਨੀ ਹੈ, ਔਰਿੰਗ ਦਾ ਮਤਲਬ ਹੁੰਦਾ ਹੈ कि दो मशीनों ਨੂੰ ਆਪਾਂ ਔਰਿੰਗ 'ਚ ਲਗਾਇਆ ਹੋਇਆ, ਦੋਨਾਂ ਮਸ਼ੀਨਾਂ 'ਚੋਂ ਇੱਕ ਵੀ ਔਨ ਹੋ ਗਈ ਤਾਂ ਸਿਸਟਮ ਔਨ ਹੋ ਜਾਏਗਾ। ਆਪਾਂ 1 ਬਾय 1 ਕੁਝ ਐਗਜ਼ਾਮਪਲਸ ਲਵਾਂਗੇ ਲੈਡਰ ਪ੍ਰੋਗਰਾਮਿੰਗ ਦੇ। ਪਹਿਲਾ ਐਗਜ਼ਾਮਪਲ ਇਹ ਹੈ ਕਿ ਵੈਨ ਦੀ ਸਟਾਰਟ ਪੁਸ਼ ਬਟਨ, ਕੋਈ ਪੁਸ਼ ਦਾ ਸਵਿਚ ਦਾ ਨਾਮ ਦੇਣਗੇ IN ਸਟੈਂਡਸ ਫॉर ਇਨਪੁਟ, IN001 ਇਜ਼ ਪ੍ਰੈਸਡ, ਦੈਨ ਮੋਟਰ A ਐਂਡ ਮੋਟਰ B, ਮੋਟਰ A ਐਂਡ ਮੋਟਰ B ਦੀ ਰਿਲੇ ਦਾ ਨਾਮ ਦੇਣਗੇ CR001, CR002 turns on, and when the stop push switch, that is ਉਹਦਾ ਵੀ ਨਾਮ ਦੇਣਗੇ IN002 is pressed, motor A and motor B should turn off after 10 seconds, after 10 seconds 10 15 ਤੋਂ ਕਰਤਾ। टॉप स्विच IN002 प्रेस करांगे तो मोटर A and मोटर B it should turn off after 10 seconds। सो दिस इज़ द प्रोग्राम। ਹੁਣ ਆਪਾਂ ਪ੍ਰੋਗਰਾਮ ਨੂੰ ਸਮਝਾਉਂਦੇ ਹਾਂ ਤੁਹਾਨੂੰ ਕਿਵੇਂ ਤੁਸੀਂ ਡਰਾ ਕਰਨਾ ਹੈ। ਸਟਾਰਟਿੰਗ ਦੇ ਵਿੱਚ ਆਪਾਂ ਇਹ ਬੇਸਿਕਲੀ ਇੱਕ ਵਾਇਰਿੰਗ ਡਾਇਗਰਾਮ, ਜਿਵੇਂ ਆਪਾਂ ਸਵਿਚ ਨਹੀਂ ਦਬਾਉਂਦੇ ਤੇ ਔਨ ਹੋ ਜਾਂਦੀ, ਉਹ ਵਾਲੀ ਗੱਲ ਹੈ। ਸਵਿਚ ਦਬਾਇਆ ਤੇ ਔਨ ਹੋ ਗਈ, ਹਾਂ ਰਿਲੇ ਐਨਰਜਾਈਜ਼ ਹੋ ਜਾਂਦੀ ਹੈ, ਰਿਲੇ ਲੈਚ ਹੋ ਜਾਂਦੀ। ਰਿਲੇ ਐਨਰਜਾਈਜ਼ ਦਾ ਮਤਲਬ ਹੈ ਕਿ ਉਹਦੀ ਕੋਇਲ ਨੂੰ ਆਪਾਂ ਸਪਲਾਈ ਦੇਤੀ। ਸਪਲਾਈ ਆਪਾਂ ਇੱਥੋਂ ਦੇਣੀ ਹੈ, ਆ ਲਾਈਨ ਡਰਾ ਕਰਕੇ ਦਿਓ, ਠੀਕ ਹੈ। ਤਾਂ ਰਿਲੇ ਜਿਹੜੀ ਹੈ ਲੈਚ ਹੋ ਗਈ। जब रिले लैच हो जाती है तो मोटर ऑन हो जाती है। हुण इस एग्जाम्पल के अंदर रिले लैच होने के नाल दो काम होने हैं, मोटर भी ऑन होनी है तो टाइमर भी ऑन होगा। मोटर किहड़ी ऑन करनी है, आपां मोटर A तो मोटर B ऑन करनी है। तो मोटर A तो मोटर B नूं आपां इहदे नाल एसोसीएट करांगे इस रिले दे नाल। रिले जिहड़ी लैच हुई है, ठीक है। एक तो आपां रिले दे नाल लैच रिले नाल इनपुट देवांगे, एक आपां इहदी DN दे नाल एसोसीएट कर देंगे, क्योंकि आप ये देखना है कि 10 सेकंड तो बाद जी है मोटर A एंड मोटर B इट शुड गो ऑफ। तो की होंगे कि जब आप आ स्विच दबाने हैं तो रिले लैच हो जाती है। रिले के लैच होने के नाल ही मोटर A तो मोटर B ऑन हो गई, आ इनपुट आ गई, आ आउटपुट आ गई। मोटर A मोटर B ऑन हो गई, नाल ही थोड़ा टाइमर ऑन हो गया। तो टाइमर ऑन, जब टाइमर ऑन होंदा है तो वो अंदर जब टाइमर खत्म हो जाता है, टाइम खत्म हो जाता है तो DN आ जाती है। तो 10 सेकंड जब तक नहीं आए, जब तक 10 सेकंड नहीं हो, जब तक ये मोटर चलती रहेगी, कि मोटर A मोटर B। तो 10 सेकंड नहीं आए तो आप दो लाइना पा के उत्तर लिखी था नहीं आए, नहीं आए, नहीं आए मीनस मोटर A मोटर B चल रही है। जब आ गए
जब आ गए तो विदाउट लाइन आ गए का सिंबल है आ गए तो आ वाली मोटर सी जी है CR003 ते ऑन हो जाएगी। उस तो बाद जी रंग कंडीशन आ वाली है आ वाली रंग कंडीशन जी है हजे पहलों फॉल्स सीगी फिर हूँ फॉल्स तो टू आ जाएगी। दैट इज़ जब मोटर सी जी है ख़त्म हो जाएगी तो इट विल गो फ्रॉम फॉल्स टू टू तो जी रिले जी अनलैच हो जाएगी। बाकी डिस्क्रिप्शन आप लैंग्वेज सारी इतने लिखी हुई है तुम पढ़ सकते हो। ये तो सिर्फ समझाना सीगा थानू कि किस तरह जिस तरह टाइमर का ये गल आती है टी ऑन का तुसी नंबर देना अकोमूलेटर वैल्यू देनी है प्रीसैट वैल्यू देनी है तो एक टाइम बेस देना। टाइम बेस बेसिकली तुसी ज़्यादा भी 0.01 का भी दे सकते हो तो 0.1 का भी दे सकते हो। सो दिस दैन यू हैव टू राइट डाउन EN and DN। EN मीन्स द टाइमर इज़ ऑन and DN इज़ टाइमर हैज़ completed the timing which has been stated in the example। this is 10 second timer। now students we will take another simple example। ये बहुत simple examples हैं और आगे तो बहुत complicated examples आएंगे। ये है when start push button switch is ਉਹਦਾ ਨਾਮ ਦਿੱਤਾ ਹੁੰਦਾ IN001 is pressed। मोटर A किधे ते लगी हुई है रिले ते लगी है कंट्रोल रिले करी है CR001 turns on and when the stop push button that is IN002 is pressed that motor A will go off after what timing it will go off after 15 seconds and motor B will turn on। motor B should turn off after 15 seconds। स्टूडेंट्स ਇਹਦਾ ਆਪਾਂ ਲੈਡਰ ਡਾਇਗਰਾਮ ਦੇਖਾਂਗੇ ਕਿਵੇਂ ਬਣਦਾ। ਆ ਦੋ ਲਾਈਨ ਆਪਾਂ ਡਰਾ ਕੀਤੀ ਇਹਦਾ ਮਤਲਬ ਇਹ ਹੈ ਕਿ ਆਪਾਂ ਸਪਲਾਈ ਦੇਤੀ ਸਪਲਾਈ ਦੇਣ ਦੇ ਨਾਲ ਹੀ ਰਿਲੇ ਜਿਹੜੀ ਹੈ ਲੈਚ ਹੋ ਜਾਂਦੀ ਹੈ। ਰਿਲੇ ਲੈਚ ਹੋਣ ਦੇ ਨਾਲ ਇਨਪੁਟ ਕਿਵੇਂ ਦੇਵਾਂਗੇ ਥਰੂ ਇਹ ਸਵਿਚ ਆ ਇਨਪੁਟ ਦਿੱਤੀ IN001 ਜਿਹੜਾ ਕਿ ਉਹ ਨਾ ਸਾਰਾ ਕੁਝ ਐਗਜ਼ਾਮਪਲ ਦੇ ਵਿੱਚ ਹੀ ਲਿਖਿਆ ਹੁੰਦਾ ਹੈ। ਇਨਪੁਟ ਦੇਣੀ ਆਪਾਂ IN001 ਇਹਦੇ ਨਾਲ ਰਿਲੇ ਲੈਚ ਹੋ ਗਈ। ਰਿਲੇ ਲੈਚ ਹੋਣ ਦੇ ਨਾਲ ਕੀ ਹੁੰਦਾ कि ऑन हो गया सर्किट ऑन हो गया। जब सर्किट ऑन हो गया तो वो जी आप लैच की है रिले वो नाल उस इनपुट के नाल आप दो चीज़ां देखांगे टाइमर भी ऑन हो जाएगा तो मोटर ए भी ऑन हो जाएगी। आ टाइमर ऑन होने लिए आप इनू एज ए इनपुट लवांगे। रिले लैच हो गई तो दो चीज़ां ऑन हो गई किहड़ियां टाइमर ऑन हो गया ये CR701 ले ली तो CR701 लवांगे वो नाल मोटर ऑन करने लई। जो मोटर ऑन जी करनी है आप कि लगी है CR001 ते वो सारा कुछ एग्जाम्पल ते लिखा तो टी ऑन आप जब रिले लैच हो गई तो मोटर ए ऑन हो गई। मोटर ए ऑन इनपुट आ गई CR701 तो कंट्रोल रिले तो मोटर ए ऑन हो गई। इनू एज ए इनपुट लेना आ इत्थे एज ए आउटपुट होंदी है वही एज ए इनपुट आती है टू मेक अनदर रंग। तो ये वाली जी इनपुट आई ये मोटर ए ऑन हो गई तो मोटर ए ऑन होने के नाल टाइमर भी ऑन हो गया। जब टाइमर ऑन होंदा तो उस वेले जी EN DN बिट आती है मतलब ऑन हो गया तो इनेबल आ जाती है तो काम कंप्लीट हो गया तो DN आ जाती है। हजे तक जब तक DN बिट नहीं आई जब तक मोटर भी ऑफ रहेगी यानी कि कोई इनपुट नहीं है कोई आउटपुट नहीं रहेगी इतने। जब DN आ जाएगी या TT आ जाएगी चाहे DN आ जाए चाहे TT आ जाए जब TT आ जाएगी तो मोटर भी ऑन हो जाएगी यानी कि 15 सेकंड बाद 15 सेकंड का टाइमर लगाया 15 सेकंड बाद मोटर ए ऑफ हो जाएगी मोटर बी ऑन हो जाएगी। लेकिन मोटर ए नू ऑफ किमें करना है हुण मोटर ए नू ऑफ करने लिए आप की करते हैं एक स्विच लगाने हैं स्विच के नाल रिले अनलैच हो जाती है। जब रिले अनलैच हो जाती है कोई भी मोटर असी ऑफ कर सकते हैं। नाउ विल बी टेकिंग एन सिंपल एग्जाम्पल ऑफ मूविंग ऑब्जेक्ट्स ऑन द कन्वेयर। इनू काउंट करने ਲਈ ਆਪਾਂ PLC ਦੀ ਪ੍ਰੋਗਰਾਮਿੰਗ ਕਰਦੇ ਹਾਂ ਲੈਡਰ ਪ੍ਰੋਗਰਾਮਿੰਗ। Now in this example what we are doing is that the objects are moving on the conveyor। objects are moving on the conveyor ठीक है। आ कन्वेयर बेल्ट हैगी है ये अंदर ऊपर आह ऑब्जेक्ट्स है ये मूव कर रहे होंगे हैं। जैसे ही आप स्विच ऑन करते हैं तो कन्वेयर बेल्ट घूमनी स्टार्ट हो जाती है मोटर घूमनी स्टार्ट हो जाती है कन्वेयर बेल्ट घूमनी स्टार्ट होती है। तो जोड़े ऑब्जेक्ट्स आ रहे होंगे हैं वो कलैक्ट होंगे है बाय बॉक्स ठीक है। उत्थे एक जोड़ा जब आते हैं ना इतने तो इतने एक सेंसर लगे होंगे सेंस करता है जिमें कि आ ऑब्जेक्ट इतने आ गया तो सेंस कर लूगा तो इन्हें जी आउटपुट है वो आप काउंटर में दे दें यानी कि काउंटर काउंट करता है भी हाउ मैनी ऑब्जेक्ट्स हैज़ बीन पासड एंड कलैक्टेड बाय द बॉक्स। सो 1 2 3 ये 1 2 3 4 ये आ जाता
So this basic application is being used at the airport to count the number of bags of the people who are just collecting their bags. ठीक है, ਉਹਦੇ ਅੰਦਰ ਕੀ ਹੈ कि how many objects has been collected, that is being counted by a counter. ਇੱਕ ਡਿਸਪਲੇ ਲੱਗਿਆ ਹੁੰਦਾ ਸਾਈਡ ਤੇ, ਡਿਸਪਲੇ ਦੇ ਅੰਦਰ ਕੁਝ ਇਨਫੋਰਮੇਸ਼ਨ ਹੁੰਦੀ ਹੈ ਵੀ ਟੋਟਲ ਆਬਜੈਕਟਸ ਕਿੰਨੇ ਕਾਊਂਟ ਹੋ ਗਏ। ਤੇ ਸਟਾਰਟ ਕਰਦੇ ਹਾਂ ਆਪਾਂ। Start means the motor is starting, stop means it is stopping, and we are resetting the counter, that is bringing the counter value to 0. So इसे एप्लीकेशन ਨੂੰ ਆਪਾਂ ਸ਼ੋ ਕਰਾਂਗੇ ਥਰੂ ਦਾ ਲੈਡਰ ਪ੍ਰੋਗਰਾਮ। ਨੈਕਸਟ ਐਗਜ਼ਾਮਪਲ ਦੇ ਅੰਦਰ ਐਗਜ਼ਾਮਪਲ ਹੈਗੀ ਤੁਹਾਡੀ ਕਿ ਜਿਹੜੀ ਆਪਾਂ ਉੱਪਰ ਤੁਹਾਡੇ ਨਾਲ ਐਪਲੀਕੇਸ਼ਨ ਡਿਸਕਸ ਕੀਤੀ ਆ ਆਫ PLC ਇਜ਼ ਦੈਟ ਟੂ ਕਾਊਂਟ ਦਾ ਨੰਬਰ ਆਫ ਆਬਜੈਕਟਸ ਔਨ ਦੀ ਕਨਵੇਅਰ ਬੈਲਟ। ਉਹਨੂੰ ਆਪਾਂ ਲੈਡਰ ਪ੍ਰੋਗਰਾਮ ਦੇ ਇਸ ਸਿੰਪਲ ਜਿਹੇ ਐਗਜ਼ਾਮਪਲ ਦੇ ਨਾਲ ਸਿੱਖਾਂਗੇ ਕਿ ਕਿਵੇਂ ਆਪਾਂ ਉਹਨੂੰ ਕਾਊਂਟ ਕਰ ਸਕਦੇ ਹਾਂ। The example says that the pressing of the start switch IN001 will turn on the conveyor which is carrying the objects. These objects are sensed by the sensor whose output is given to the PLC. This output is given to the PLC at IN004. After the 20 objects has been sensed by the sensor, the red lamp should glow and the reset push button, that is switch, that is IN002 will reset the counter. So one by one ਆਪਾਂ ਦੇਖਾਂਗੇ ਕਿ ਕਿਸ ਤਰ੍ਹਾਂ ਇਹਨੂੰ ਪ੍ਰਪੇਅਰ ਕਰਨਾ। ਆ ਦੋ ਲਾਈਨਾਂ ਡਰਾ ਕੀਤੀਆਂ, ਰੇਲ ਆ ਗਈ, that is ਪਾਵਰ ਸਪਲਾਈ ਆ ਗਈ। ਤੁਸੀਂ ਪੁਸ਼ ਬਟਨ ਸਵਿਚ ਦਬਾਇਆ IN001, IN ਮੀਨਸ ਇਨਪੁਟ, ਸਵਿਚ ਦਬਾਇਆ, ਰਿਲੇ ਲੈਚ ਹੋ ਗਈ। ਜਦ ਰਿਲੇ ਲੈਚ ਹੋ ਗਈ, ਰਿਲੇ ਦੇ ਲੈਚ ਹੋਣ ਦੇ ਨਾਲ ਹੀ ਕਨਵੇਅਰ ਔਨ ਹੋ ਗਈ। ਕੋਈ ਵੀ ਕੰਮ ਸਟਾਰਟ ਕਰਨਾ ਆਪਾਂ, ਕਨਵੇਅਰ ਔਨ ਕਰਨੀ ਹੈ ਰਿਲੇ ਨੂੰ ਲੈਚ ਕਰਕੇ। ਦਿਸ ਇਜ਼ L ਲਿਖੋ ਜਾਂ ਨਾ ਲਿਖੋ, ਦੈਟ ਇਜ਼ ਇਨਪੁਟ ਆ ਗਈ, ਆਊਟਪੁਟ ਆ ਗਈ। ਆਊਟਪੁਟ ਇਜ਼ ਰਿਲੇ ਲੈਚ ਹੋ ਗਈ, ਕਨਵੇਅਰ ਘੁੰਮਣੀ ਸਟਾਰਟ ਹੋ ਗਈ। ਜਦ ਰਿਲੇ ਘੁੰਮਣੀ ਸਟਾਰਟ ਹੋ ਗਈ ਉਹਦੇ ਨਾਲ ਹੀ ਕਾਊਂਟਰ ਵੀ, ਕਾਊਂਟਰ ਆਪਾਂ ਕਿਹੜਾ ਲਗਾਣਾ, ਅਪ ਕਾਊਂਟਰ, ਕਿਉਂਕਿ ਕਾਊਂਟਰ ਨੇ ਕਾਊਂਟ ਕਰਨਾ 1 2 3 4 ਲਾਈਕ ਦੈਟ। So we have the count up counter, that is the number is C501. How many objects has to be sensed? 20 objects has to be sent, and the accumulator value, that is the earlier value, the reset value should be 0. It should start counting from 0. जब कन्वेयर ऑन हो जाती है तो वो इनपुट आप स्टार्ट लेने एज ए इनपुट, वो आउटपुट एज ए इनपुट लेने टू काउंट अप। एक इनपुट आ गई तो दूसरी इनपुट जी सेंसर तो इनपुट आ रही है वो IN004 ते आ रही है। दोनों आप इस वेले एंडिंग ते लगाया हुआ। एंडिंग मीनस अगर दोनों चो एक भी इनपुट ना आई तो उस केस के अंदर थोड़ा काउंटर ऑफ रहेगा, काउंटर काउंट नहीं करेगा। सो ये जब काउंटर काउंट करना स्टार्ट करता है, नंबर ऑफ ऑब्जेक्ट्स जोड़े सेंस किए गए वो 20 हो जाते हैं पूरे, तो DN आ जाती है। दैट मीनस वन शुड स्टॉप द थिंग। DN अगर आ गई, दैट इज C501 की DN आ गई, वो एज ए इनपुट आ गई। एज ए इनपुट आई तो उस तो बाद आप रैड लैंप लगाया हुआ। रैड लैंप किहदे ते लगाया हुआ? रैड लैंप आप लगाया हुआ IN003 ते, CR003 ते रैड लैंप लगाया। CR003 जिहड़ी है ना विच तुसीं। सो जब टाइमर की DN आ गई, दैट मीनस काउंटर ने काउंट कर ले 20 ऑब्जेक्ट्स, तो DN आ गई, वो एज ए इनपुट है। तो आउटपुट जो रैड लैंप आप लगाया हुआ CR003 ते लगाया, ये ऑन हो जाएगी तो रैड लैंप ऑन हो जाएगा। उस तो बाद जी आप स्विच स्टॉप स्विच देना IN002, ਉਹਦੇ ਨਾਲ ਆਪਾਂ काउंटर ਨੂੰ रीसेट करना। लेकिन काउंटर का नंबर तुसी याद रखना C501 CTU, दैट इज अप काउंटर। So this information has been displayed on the panel, पैनल के ऊपर डिस्प्ले की गई है सारी इन्फॉर्मेशन। सो इस एप्लीकेशन तुसी देखा कि टोटल ऑब्जेक्ट्स नो काउंट करके इतने डिस्प्ले कर दिंदा। स्टार्ट करना होवे स्टार्ट होगी। स्टार्ट मतलब क्या कि रिले जड़ी लैच होगी, स्टॉप मतलब रिले अनलैच होगी। काउंटर रीसेट टू मेक द काउंटर वैल्यू और अकूमुलेटर वैल्यू टू 0। ਆਪਾਂ एक होर एग्जाम्पल लवांगे इस तरह की काउंटिंग वाली, जिहदे अंदर इत्थे तां पहले वाली एग्जाम्पल के अंदर द ऑब्जेक्ट्स विच वर लिविंग
they were being counted. ਇਹਦੇ ਅੰਦਰ ਕੀ ਹੈ ਇਸ ਐਗਜ਼ਾਮਪਲ ਦੇ ਅੰਦਰ the objects which are entering they are also sensed by the sensor and counted by a counter, that is up counter. We have two counters, up counter and down counter. Both are sensing the objects. This is sensing the objects entering and this will sense the objects leaving, and as soon as the objects will go to, number of objects should go to 10, so it should switch off the things. So this particular application where the input is also sensed and the output is also sensed, we will draw a ladder diagram for this particular example, in which ਹੁਣ ਇਹ ਐਗਜ਼ਾਮਪਲ ਕਹਿੰਦੀ ਹੈ ਕਿ ਸਟਾਰਟ ਸਵਿਚ that is start switch IN 001 will turn on the conveyor. ठीक है, ਆਪਾਂ ਲਾਈਨ ਵਾਈਜ਼ ਲਾਈਨ ਦੇਖਦੇ ਹਾਂ। ਆ ਸਵਿਚ ਲਗਾਇਆ, ਆ ਰਿਲੇ ਲਗਾਈ, ਰਿਲੇ ਕਿਹੜੀ ਲਗਾਵਾਂਗੇ, ਕੰਟਰੋਲ ਰਿਲੇ ਕਿਹੜੀ ਲਗਾਵਾਂਗੇ ਜਦੋਂ ਕਹਿੰਦਾ ਟਰਨ ਔਨ ਦੀ ਕਨਵੇਅਰ, that is turn on the conveyor CR001, and ਜਿਹੜੇ ਪਾਰਟਸ ਐਂਟਰ ਕਰ ਰਹੇ हैं that will be sensed. So ਜਿਹੜੇ ਪਾਰਟਸ ਐਂਟਰ ਕਰ ਰਹੇ हैं that will be sensed by the input sensor, that is IN007, and they will be counted by the counter, that is up counter. One will be up counter and one will be down counter. As the parts entering, that will be counted by the up counter. The parts leaving the process, that will be counted by the down counter. And parts leaving by the conveyor, that will be sensed by the output sensor, that is IN005. ਉੱਥੇ ਵੀ ਸੈਂਸਰ ਲੱਗੇ। ਜਿਹੜੇ ਸੈਂਸਰ ਹੁੰਦੇ ਆ ਉਹਨਾਂ ਨੂੰ ਆਪਾਂ ਇੱਕ ਇਨਪੁਟ ਜਿਹੜੀ ਆ ਰਹੀ ਹੈ, ਆਪਾਂ ਰਿਲੇ ਔਨ ਕੀਤੀ ਹੈ ਉਹਦੇ ਨਾਲ ਹੀ ਅਟੈਚ ਕਰਨਾ ਹੁੰਦਾ। ਜਿਵੇਂ ਦੋ ਨੇ, ਦੋਨਾਂ ਨੂੰ ਆਪਾਂ ਐਂਡਿੰਗ 'ਚ ਲਗਾਉਂਦੇ। ਐਂਡਿੰਗ ਦਾ ਮਤਲਬ ਹੈ ਦੋਨਾਂ 'ਚੋਂ ਇੱਕ ਵੀ ਜ਼ੀਰੋ ਗਿਆ ਤਾਂ ਟਾਈਮਰ ਜਿਹੜਾ ਔਰ ਕਾਊਂਟਰ ਜਿਹੜਾ ਔਨ ਨਹੀਂ ਹੁੰਦਾ। ਸੋ ਇਹ ਜਿਵੇਂ ਹੀ ਆਪਾਂ ਰੰਗ ਕੰਡੀਸ਼ਨ ਜਿਹੜੀ ਹੈ ਔਨ ਹੁੰਦੀ ਹੈ, ਯਾਨੀ ਕਿ ਇਨਪੁਟ ਸਵਿਚ ਆਪਾਂ ਪ੍ਰੈਸ ਕਰਦੇ ਹਾਂ ਅਤੇ ਕਨਵੇਅਰ ਬੈਲਟ ਔਨ ਹੋ ਜਾਂਦੀ ਹੈ, ਅਤੇ ਉਹਦੇ ਨਾਲ ਇਹ ਆਹ ਵਾਲਾ ਸੈਂਸਰ ਜਿਹੜਾ ਔਨ ਹੁੰਦਾ, ਸੈਂਸਰ ਸੈਂਸ ਕਰਦਾ ਅਤੇ ਇਹ ਕਾਊਂਟ ਕਰਨਾ ਸਟਾਰਟ ਕਰ ਦਿੰਦਾ। ਜਦ ਕਾਊਂਟਿੰਗ ਜਿਹੜੀ ਹੈ ਬੇਸਿਕਲੀ 10 ਹੋ ਜਾਂਦੀ ਹੈ, ਵੈਨ ਇਟ ਕਾਊਂਟਸ 10, ਚਾਹੇ ਇਹਦੇ ਤੋਂ DN ਆ ਜਾਏ ਚਾਹੇ ਇਹਦੇ ਤੋਂ ਆ ਜਾਏ, ਕਾਊਂਟਰ ਜਿਹੜੀ ਇਹਦੇ ਤੋਂ ਆ ਰਹੀ ਹੋਣੀ ਹੈ DN, ਉਹ ਇਹਦੇ ਤੋਂ ਆਊਗੀ। ਜਿੰਨੇ ਅੰਦਰ ਆਈ ਜਾਣੇ ਆ ਉਨੇ ਹੀ ਬਾਹਰ ਜਾਈ ਜਾਣੇ ਆ। ਸੋ DN ਇਹਦੇ ਤੋਂ ਆ ਗਈ ਜਾਂ ਇਹਦੇ ਤੋਂ ਆ ਗਈ, ਦੋਨਾਂ 'ਚੋਂ ਕਿਸੇ ਤੋਂ DN ਲੈ ਕਰਕੇ ਉਹਨੂੰ ਅਸੀਂ ਰੈੱਡ ਲੈਂਪ ਗਲੋ ਕਰਾਉਣਾ। ਜਦ ਇਹ 10 ਹੋ ਜਾਏਗੀ, ਯਾਨੀ ਕਿ C501, ਚਾਹੇ ਅਪ ਕਾਊਂਟਰ ਹੈ ਚਾਹੇ ਡਾਊਨ ਕਾਊਂਟਰ ਹੈ, ਤੁਸੀਂ ਜਿਹੜਾ ਵੈਲਿਊ ਲੈਣੀ ਹੈ ਨਾ C501 / ਉਹਦੀ DN ਆ ਗਈ। DN ਮਤਲਬ 10 ਕਾਊਂਟ ਹੋ ਗਏ। 10 ਕਾਊਂਟ ਹੋਣ ਤੋਂ ਬਾਅਦ ਆਹ ਵਾਲੀ ਕੰਟਰੋਲ ਰਿਲੇ ਵਿਚ ਇਜ਼ ਐਟ CR003, ਜਿੱਥੇ ਦਾ ਆਪਾਂ ਰੈੱਡ ਲੈਂਪ ਲਗਾਇਆ ਹੋਇਆ, that will be on. Red lamp will glow when the number of parts either entering leaving the process comes to 10. After that, the press switch is pressed to reset the timer or counter. So this will be resetting the counter. ਹੁਣ ਆਪਾਂ ਇੱਕ ਹੋਰ ਐਗਜ਼ਾਮਪਲ ਲਵਾਂਗੇ ਜਿਹਦੇ ਅੰਦਰ ਦੋ ਕਨਵੇਅਰਸ ਹੈ। ਜੈਸੇ ਹੀ ਆਪਾਂ ਸਵਿਚ ਦਬਾਵਾਂਗੇ ਦੋਨੇ ਕਨਵੇਅਰਸ ਔਨ ਹੋ ਜਾਂਦੀ ਹੈ। ਦੋਨੋਂ ਦੇ ਕਾਊਂਟਰ ਲੱਗੇ ਹੋਏ ਹੈ। ਕਾਊਂਟਰ ਨੰਬਰ 1 ਹੈ, ਕਾਊਂਟਰ ਨੰਬਰ 2 ਹੈ। ਤਾਂ ਦੋਨੇ ਹੀ ਕਾਊਂਟਿੰਗ ਕਰਨਗੀਆਂ ਅਤੇ ਕਾਊਂਟਿੰਗ ਕਰਨ ਤੋਂ ਬਾਅਦ ਆਪਾਂ ਦੇਖਾਂਗੇ ਕਿ ਜਿਹੜੇ ਆਬਜੈਕਟਸ ਇਹਦੇ ਤੋਂ ਪਾਸ ਹੋ ਰਹੇ ਹੈ ਉਹ ਔਰ ਇਹ ਆਬਜੈਕਟਸ ਜਿਹੜੇ ਇਹਦੇ ਤੋਂ ਪਾਸ ਹੋ ਰਹੇ ਆ ਉਹਨਾਂ ਦੋਨਾਂ ਨੂੰ ਕੰਪੇਅਰ ਕਰਾਂਗੇ। ਕੰਪੇਅਰ ਕਰਨ ਤੋਂ ਬਾਅਦ ਆਪਾਂ ਦੇਖਾਂਗੇ ਅਗਰ ਇਹਦੇ ਨਾਲੋਂ ਇਹਦੇ ਆਬਜੈਕਟਸ ਇਹਦੇ ਨਾਲੋਂ ਜ਼ਿਆਦਾ ਹੈ ਤਾਂ ਰੈੱਡ ਲੈਂਪ ਗਲੋ ਕਰਾਉਣਾ, ਜੇ ਇਕੁਅਲ ਹੈ ਤਾਂ ਗ੍ਰੀਨ ਲੈਂਪ ਗਲੋ ਕਰਾਉਣਾ, ਜੇ ਲੈਸ ਦੈਨ ਹੈਗਾ ਤਾਂ ਯੈਲੋ ਲੈਂਪ ਗਲੋ ਹੋਣਾ ਚਾਹੀਦਾ। ਇਹਦੇ ਲਈ ਆਪਾਂ ਇੱਕ ਲੈਡਰ ਪ੍ਰੋਗਰਾਮਿੰਗ ਦੇ ਥਰੂ ਦੇਖਾਂਗੇ ਕਿਸ ਤਰ੍ਹਾਂ ਲੈਡਰ ਪ੍ਰੋਗਰਾਮਿੰਗ ਹੁੰਦੀ ਹੈ। ਲੈਡਰ ਪ੍ਰੋਗਰਾਮਿੰਗ ਕੀਤੀ ਹੋਈ ਹੈ। ਆਪਾਂ ਰੰਗ ਵਾਈਜ਼ ਰੰਗ ਦੇਖਾਂਗੇ ਕਿ ਪਹਿਲੀ ਰੰਗ ਕਿਆ ਕਰਦੀ ਹੈ ਅਤੇ ਦੂਸਰੀ ਰੰਗ ਕਿਆ ਕਰਦੀ ਹੈ ਅਤੇ ਰੰਗ ਵਾਈਜ਼ ਰੰਗ ਕਿਆ ਹੁੰਦੇ। ਸਭ ਤੋਂ ਪਹਿਲਾਂ ਰੰਗ ਨੰਬਰ 1 ਕੀ ਕਰਦੀ ਹੈ ਨਾ, ਇਹ ਕਨਵੇਅਰ ਨੂੰ ਔਨ ਕਰ ਦਿੰਦੀ ਹੈ। ਕਨਵੇਅਰ 1 ਅਤੇ ਕਨਵੇਅਰ 2 ਨੂੰ ਔਨ ਕਰਦੀ ਹੈ। ਜਦ ਕਨਵੇਅਰ 1 ਐਂਡ ਕਨਵੇਅਰ 2 ਨੂੰ ਔਨ ਕਰਦੀ ਹੈ, ਜਦ and it is making it on through a switch that is IN002, ਠੀਕ ਹੈ। ਉਸ ਤੋਂ ਬਾਅਦ ਰੰਗ ਨੰਬਰ 2 ਹੈ। ਰੰਗ ਨੰਬਰ 2 ਜਿਹੜੀ ਕਾਊਂਟਰ 1 ਨੂੰ ਔਨ ਕਰ ਦਿੰਦੀ ਹੈ, ਇੰਕਰੀਮੈਂਟ ਕਰਦੀ ਹੈ। ਜਦ ਕਿ ਇੱਕ ਆਬਜੈਕਟ ਪਾਸ ਔਨ ਹੋਏਗਾ, ਇੱਕ ਆਬਜੈਕਟ ਪਾਸ ਔਨ ਹੋਏਗਾ ਤਾਂ ਇੰਕਰੀਮੈਂਟ ਕਰ ਦੇਗੀ ਵੈਲਿਊ। ਰੰਗ ਨੰਬਰ 3 ਕਾਊਂਟਰ 2 ਨੂੰ ਇੰਕਰੀਮੈਂਟ ਕਰ ਦੇਗੀ।
ਰੰਗ ਨੰਬਰ 4 ਦੇ ਅੰਦਰ ਆਪਾਂ ਕੀ ਕਰਦੇ ਹਾਂ ਨਾ, ਆਪਾਂ ਜਿਹੜੀ ਐਕੂਮੂਲੇਟਡ ਵੈਲਿਊ ਹੁੰਦੀ ਹੈ ਦੋਨੇ ਕਾਊਂਟਰ ਦੀ, ਉਹਨਾਂ ਨੂੰ ਕਾਊਂਟ ਕਰਕੇ ਉਹਨਾਂ ਨੂੰ ਕੰਪੇਅਰ ਕਰਦੇ ਹਾਂ। ਅਗਰ ਤਾਂ ਜੇ ਦੋਨੇ ਇਕੁਅਲ ਹੈ ਤਾਂ ਗ੍ਰੀਨ ਲੈਂਪ ਗਲੋ ਹੋਏਗਾ। ਅਗਰ ਉਹਦੀ ਵੈਲਿਊ ਦੈਟ ਇਜ਼ ਕਾਊਂਟਰ ਨੰਬਰ 1 ਦੀ ਵੈਲਿਊ ਉਹ ਕਾਊਂਟਰ ਨੰਬਰ 2 ਦੀ ਵੈਲਿਊ ਤੋਂ ਗ੍ਰੇਟਰ ਹੈਗੀ ਤਾਂ ਰੈੱਡ ਲੈਂਪ ਗਲੋ ਹੋਏਗਾ। ਔਰ ਉਸ ਤੋਂ ਬਾਅਦ ਅਗਰ ਉਹਦੀ ਵੈਲਿਊ ਕਾਊਂਟਰ ਨੰਬਰ 1 ਦੀ ਵੈਲਿਊ ਲੈਸ ਹੈਗੀ ਕਾਊਂਟਰ ਨੰਬਰ 2 ਤੋਂ, ਉਸ ਵੇਲੇ ਯੈਲੋ ਲੈਂਪ ਗਲੋ ਹੋਏਗਾ। ਔਰ ਲਾਸਟ ਦੇ ਵਿੱਚ ਆਪਾਂ ਇੱਕ ਇਨਪੁਟ ਸਵਿਚ ਲਗਾਇਆ IN004 ਜਿਹੜਾ ਕਿ ਰੀਸੈਟ ਕਰ ਦੇਗਾ ਦੋਨੋਂ ਕਾਊਂਟਰਸ ਨੂੰ 1 ਐਂਡ 2 ਨੂੰ। ਠੀਕ ਹੈ, ਆ ਸਟਾਰਟਿੰਗ ਦੇ ਵਿੱਚ ਆਪਾਂ ਇਨਪੁਟ ਦਿੱਤੀ ਦੇਣ ਦੇ ਨਾਲ ਦੋਨੇ ਕਨਵੇਅਰਸ ਔਨ ਹੋ ਗਈਆਂ। ਕਨਵੇਅਰਸ ਔਨ ਹੋਣ ਤੋਂ ਬਾਅਦ ਜਦ ਆਪਾਂ ਕੋਈ ਵੀ ਚੀਜ਼ ਔਨ ਕਰਦੇ ਹਾਂ, ਕੋਈ ਵੀ ਕਨਵੇਅਰਸ ਵਗੈਰਾ ਨੂੰ ਔਨ ਕਰਦੇ ਹਾਂ, ਤੇ ਇਨਪੁਟ ਸੈਂਸਰ ਵੀ ਹੈਗੇ ਤੇ ਇਨਪੁਟ ਔਨ ਵੀ ਹੋ ਰਹੀ ਹੈ, ਤਾਂ ਆਪਾਂ ਦੋਨੇ ਚੀਜ਼ਾਂ ਲਗਾਵਾਂਗੇ। ਯਾਨੀ ਕਿ ਸੈਂਸਰ ਵਾਲਾ ਸਵਿਚ ਵੀ ਲਗਾਵਾਂਗੇ ਤੇ ਇਨਪੁਟ ਵਾਲਾ ਸਵਿਚ ਵੀ ਲਗਾਵਾਂਗੇ। ਇਸ ਵੇਲੇ ਇਨਪੁਟ ਵਾਲਾ ਸਵਿਚ ਵੀ ਹੈ, ਸੈਂਸਰ ਵਾਲਾ ਸਵਿਚ ਵੀ ਹੈ, ਜਿਹੜਾ ਸੈਂਸ ਕਰਦਾ ਆਬਜੈਕਟਸ ਨੂੰ। ਦੋਨੇ ਕੰਮ ਹੋ ਰਹੇ ਹੈ ਕਿ ਇਹਦੇ ਅੰਦਰ ਇਨਪੁਟ ਵੀ ਆ ਰਹੀ ਹੈ ਔਰ ਸੈਂਸਿੰਗ ਵੀ ਹੋ ਰਹੀ ਹੈ। ਇਸ ਤੋਂ ਬਾਅਦ ਆਪਾਂ ਸੋਰਸ ਵੀ ਇਕੁਅਲ ਵਾਲੀ ਲਗਾਉਣੀ ਹੈ, ਇਕੁਅਲ ਵਾਲੀ ਲੈਸ ਦੈਨ ਵਾਲੀ ਕੰਪੈਰੀਜ਼ਨ ਜਿਹੜੀ ਇੰਸਟਰਕਸ਼ਨ ਹੈ ਉਹ ਲਗਾ ਦੇਣੀ ਹੈ। ਅਗਰ ਵੱਧ ਹੈਗੀ ਤਾਂ ਰੈੱਡ ਲੈਂਪ ਗਲੋ ਕਰੂਗਾ, ਅਗਰ ਦੋਨੇ ਇਕੁਅਲ ਹੈਗੇ ਤਾਂ ਗ੍ਰੀਨ ਲੈਂਪ ਗਲੋ ਕਰੂਗਾ, ਅਦਰਵਾਈਜ਼ ਲੈਸ ਤੇ ਯੈਲੋ ਲੈਂਪ ਗਲੋ ਕਰੂਗਾ। ਅਗਰ ਯੈਸ ਤੇ ਆਪਾਂ ਕੋਈ ਵੀ ਇੰਸਟਰਕਸ਼ਨ ਕਿਉਂ ਨਹੀਂ ਲਗਾਈ, ਕਿਉਂਕਿ ਆਪਾਂ ਇਹਨਾਂ ਨੂੰ ਨੋਟ ਲੈ ਲਿਆ। ਅਗਰ ਇਹ ਵਾਲੀ ਕੰਡੀਸ਼ਨ ਨਹੀਂ ਲੱਗ ਰਹੀ ਤੇ ਇਹ ਵਾਲੀ ਕੰਡੀਸ਼ਨ ਵੀ ਨਹੀਂ ਲੱਗ ਰਹੀ, ਨੋਟ ਹੋ ਗਏ ਤਾਂ ਫਿਰ ਇਹ ਵਾਲੀ ਕੰਡੀਸ਼ਨ ਲੱਗੇਗੀ, ਦੈਟ ਇਜ਼ ਇਟ ਇਜ਼ ਲੈਸ ਦੈਨ ਦੀ ਕਨਵੇਅਰ ਨੰਬਰ 2। ਉਸ ਤੋਂ ਬਾਅਦ ਆਪਾਂ ਇੱਕ ਆਊਟਪੁੱਟ ਸਵਿਚ ਲਗਾਇਆ, ਸਵਿਚ ਦੇ ਨਾਲ ਦੋਨੇ ਹੀ ਕਨਵੇਅਰਸ ਨੂੰ ਇੱਕੋ ਹੀ ਸਵਿਚ ਦੇ ਨਾਲ ਆਫ ਕਰ ਦਿੱਤਾ। ਜ਼ਿੰਦਗੀ ਦੀ ਲੜਾਈ ਹੈ ਯਾਰਾ, ਕੱਲੇ ਵੀ ਲੜਨੀ ਪੈਣੀ। ਲੋਕ ਤਾਂ ਸਿਰਫ ਤਸੱਲੀਆਂ ਦਿੰਦੇ, ਸਾਥ ਨਹੀਂ। ਹੁਣ ਆਪਾਂ ਇੱਕ ਨਵੀਂ ਤਰ੍ਹਾਂ ਦੀ ਐਗਜ਼ਾਮਪਲ ਲਵਾਂਗੇ ਜਿਹਦੇ ਅੰਦਰ ਆਪਾਂ ਲਿਮਿਟ ਇੰਸਟਰਕਸ਼ਨਸ ਦੇ ਨਾਲ ਦੇਖਾਂਗੇ ਕਿ ਹਾਊ ਮੈਨੀ objects has been passing through the conveyor। ਅਗਰ ਉਹ ਕਾਊਂਟ ਜਿਹੜੀ ਹੈ 8 ਬੇਸਿਕਲੀ 8 ਔਰ 95 ਦੇ ਵਿੱਚ ਹੈਗੀ ਹੈ ਕਾਊਂਟ, ਤਾਂ ਗ੍ਰੀਨ ਲੈਂਪ ਗਲੋ ਕਰਨਾ ਚਾਹੀਦਾ, ਅਦਰਵਾਈਜ਼ ਰੀਸੈਟ ਹੋ ਜਾਣਾ ਚਾਹੀਦਾ। ਤਾਂ ਆਪਾਂ ਸਟਾਰਟ ਕਰਦੇ ਹਾਂ ਇਹਦੇ ਲੈਡਰ ਲੌਜਿਕ ਡਾਇਗਰਾਮ ਤੋਂ। ਆ ਇਨਪੁਟ ਦਿੱਤੀ ਤੇ ਰਿਲੇ ਔਨ ਹੋ ਗਈ, ਯਾਨੀ ਕਿ ਕਨਵੇਅਰ ਔਨ ਹੋ ਗਈ। ਰਿਲੇ ਔਨ ਹੋ ਗਈ ਮਤਲਬ ਕਨਵੇਅਰ ਔਨ ਹੋ ਗਈ, ਕਨਵੇਅਰ ਮੂਵ ਕਰਨ ਲੱਗ ਜਾਂਦੀ ਹੈ। ਨਾਲ ਹੀ ਕਨਵੇਅਰ ਦੇ ਨਾਲ IN002 ਜਿਹੜਾ ਹੈ ਸਵਿਚ ਦਬਾਉਣ ਦੇ ਨਾਲ ਜਿਹੜਾ ਕਾਊਂਟਰ ਜੋ ਹੈ ਸਟਾਰਟ ਹੋ ਜਾਂਦਾ। ਸੋ ਇਹ ਦੋਨੇ ਲਗਾਵਾਂਗੇ ਆਪਾਂ। ਕਾਊਂਟ ਅਪ ਕਾਊਂਟਰ ਸਟਾਰਟ ਹੋ ਗਿਆ, ਕਾਊਂਟਿੰਗ ਸਟਾਰਟ ਹੋ ਗਈ। ਕਾਊਂਟਿੰਗ ਜਿਹੜੀ ਹੈ, ਕਾਊਂਟਿੰਗ ਤੋਂ ਬਾਅਦ CU ਤੇ DN ਆ ਜਾਂਦੀ ਹੈ। ਜੇ ਕੰਪਲੀਟ ਹੋ ਜਾਂਦੀ ਹੈ ਤਾਂ DN ਆ ਜਾਂਦੀ ਹੈ। ਆਪਾਂ ਇਹ ਚੈੱਕ ਕਰਨਾ ਹੈ ਕਿ ਜਿਹੜੀ ਐਕੂਮੂਲੇਟਰ 'ਚ ਵੈਲਿਊ ਹੈਗੀ ਹੈ ਤੇ ਜਿਹੜੀ C5 ਦੀ ਵੈਲਿਊ ਹੈਗੀ ਉਹਨੂੰ ਕੰਪੇਅਰ ਕਰਨ ਲਈ, ਕਿਉਂਕਿ ਸਾਨੂੰ ਲੋਅਰ ਲਿਮਿਟ ਤੇ ਹਾਈ ਲਿਮਿਟ ਦਿੱਤੀ ਹੈ, ਇਸ ਲਈ ਅਸੀਂ ਲਿਮਿਟ ਇੰਸਟਰਕਸ਼ਨ ਲਗਾਵਾਂਗੇ ਜਿਹਦੇ ਅੰਦਰ ਅਸੀਂ ਲੋ ਲਿਮਿਟ ਦੇਵਾਂਗੇ 8 ਔਰ 8 ਔਰ 95 ਦੇ ਵਿੱਚ ਅਗਰ ਹੈਗਾ ਤਾਂ ਦੈਨ this output will become energized and the green lamp will glow। ਉਹਦੇ ਵੇਲੇ ਗ੍ਰੀਨ ਲੈਂਪ ਗਲੋ ਕਰ ਜਾਏ। ਅਗਰ ਨਹੀਂ ਤਾਂ ਇਹ ਰੀਸੈਟ ਹੋ ਜਾਣਾ। ਮੈਂ